जय श्री राम ਦੇ ਜਕਾਰਿਆਂ ਨਾਲ ਗੂੰਜ ਉੱਠੀ ਲੋਈਆਂ ਦੀ ਫਿਜ਼ਾ। 22 ਜਨਵਰੀ ਦਾ ਦਿਨ ਪੂਰੀ ਦੁਨੀਆ ਵਿੱਚ ਵਸੇ ਹੋਏ ਸਨਾਤਨੀਆਂ ਲਈ, ਰਾਮ ਭਗਤਾਂ ਲਈ ਇਤਿਹਾਸਿਕ ਹੋ ਨਿਬੜਿਆ ਜਦੋਂ ਕਰੀਬ 500 ਸਾਲਾਂ ਬਾਅਦ ਅਯੁੱਧਿਆ ਧਾਮ ਵਿਖੇ ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋ ਗਈ। ਸਾਡਾ ਆਪਣਾ ਸ਼ਹਿਰ ਲੋਹੀਆਂ ਉਸ ਵੇਲੇ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਗੂੰਜ ਉੱਠਿਆ ਜਦੋਂ ਸ਼ਹਿਰ ਵਿੱਚ ਇਸ ਇਤਿਹਾਸਕ ਦਿਨ ਦੀ ਖੁਸ਼ੀ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਤੋਂ ਪਹਿਲਾਂ ਗੀਤਾ ਭਵਨ ਮੰਦਰ ਲੋਹੀਆਂ ਵਿਖੇ ਸ਼੍ਰੀ ਸੁੰਦਰਕਾਂਡ ਦੇ ਪਾਠ ਹੋਏ ਅਤੇ ਸਾਰੀ ਸੰਗਤ ਵਾਸਤੇ ਸ਼੍ਰੀ ਰਾਮ ਸੇਵਾ ਸਮਿਤੀ ਵੱਲੋਂ ਪੂਰੀ ਦੀਵਾਰ ਜਿੱਡੀ LCD ਲਗਾ ਕੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਲਾਈਵ ਪ੍ਰਸਾਰਨ ਦਾ ਇੰਤਜ਼ਾਮ ਕੀਤਾ ਗਿਆ। ਇਸ ਮੌਕੇ 'ਤੇ ਪੁੱਜੇ ਸੰਤਾਂ ਮਹਾਂਪੁਰਸ਼ਾਂ ਨੇ ਸਮੁੱਚੀ ਸੰਗਤ ਨੂੰ ਇਸ ਆਯੋਜਨ ਲਈ ਆਸ਼ੀਰਵਾਦ ਦਿੱਤਾ। ਇਹਨਾਂ ਸੰਤਾਂ ਮਹਾਂਪੁਰਸ਼ਾਂ ਵਿੱਚ ਨਵਾਂ ਸ਼ਿਵ ਮੰਦਰ ਦੇ ਗੱਦੀ ਨਸ਼ੀਨ ਮਹੰਤ ਡਾਕਟਰ ਪੁਸ਼ਪ ਚੈਤਨਿਆ PhD, ਸੰਤ ਬਾਬਾ ਸੇਵਕ ਨਾਥ ਜੀ ਕੁਲਾਰਾਂ ਵਾਲੇ, ਸੰਤ ਬਾਬਾ ਬਲਵੰਤ ਨਾਥ ਜੀ ਨਲ ਵਾਲੇ, ਸੰਤ ਬਾਬਾ ਮਨਜੀਤ ਨਾਥ ਜੀ ਲੋਹੀਆਂ ਵਾਲੇ ਅਤੇ ਰਾਧੇ ਪੰਡਤ ਜੀ ਵਰਿੰਦਾਵਨ ਵਾਲੇ। ਇਹ ਸਭ ਸੰਤ ਮੰਚ ਉੱਪਰ ਵੀ ਸੁਸ਼ੋਭਿਤ ਰਹੇ ਤੇ ਇਹਨਾਂ ਨੇ ਸ਼ੋਭਾ ਯਾਤਰਾ ਦੀ ਸ਼ਾਨ ਵੀ ਵਧਾਈ। ਸ਼ੋਭਾ ਯਾਤਰਾ ਵਿੱਚ ਸਭ ਤੋਂ ਵੱਧ ਖਿੱਚ ਦਾ ਕਾਰਨ ਸੀ ਸ਼੍ਰੀ ਕੁੰਦਨ ਲਾਲ ਰਾਮਲੀਲਾ ਕਲੱਬ ਵੱਲੋਂ ਪੇਸ਼ ਕੀਤੀਆਂ ਰਾਮਲੀਲਾ ਦੀਆਂ ਝਾਕੀਆਂ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਦੇ ਹਰ ਮੋੜ, ਚੌਂਕ, ਚਰਸਤੇ ਵਿੱਚ ਲਾਏ ਲੰਗਰਾਂ ਨੇ ਵੀ ਖੂਬ ਰੰਗ ਬੰਨਿਆ। ਕਿਤੇ ਪੂਰੀ ਛੋਲਿਆਂ ਦੇ ਲੰਗਰ ਸਨ, ਕਿਤੇ ਚਾਹ ਪਕੌੜਿਆਂ ਦੇ, ਕਿਤੇ ਕੌਫੀ ਦੇ, ਕਿਤੇ ਲੱਡੂਆਂ ਦੇ, ਕਿਤੇ ਸਮੋਸਿਆਂ ਦੇ, ਕਿਤੇ ਗੋਲ ਗੱਪਿਆਂ ਦੇ ਅਤੇ ਕਿਤੇ ਫਰੂਟ ਆਦਿ ਦੇ ਲੰਗਰ ਚੱਲਦੇ ਰਹੇ। ਆਪਾਂ ਸ਼ੋਭਾ ਯਾਤਰਾ ਦੀਆਂ ਵੱਖ-ਵੱਖ ਝਲਕੀਆਂ ਦੇਖਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੋਭਾ ਯਾਤਰਾ ਦੀ ਪਿੱਠ ਭੂਮੀ ਦੀਆਂ ਕੁਝ ਬਾਤਾਂ ਸਾਂਝੀਆਂ ਕਰਦੀਆਂ ਜਾਨਾ। ਦਰਅਸਲ ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਮੰਦਰਾਂ ਦੀ ਅਗਵਾਈ ਵਿੱਚ ਹੁੰਦੇ ਹਨ, ਪਰ 4-5 ਦਿਨ ਪਹਿਲਾਂ ਤੱਕ ਵੀ ਜਦੋਂ ਕੋਈ ਅਜਿਹੀ ਸੂਚਨਾ ਨਾ ਮਿਲੀ ਕਿ ਸ਼ਹਿਰ ਵਿੱਚ ਇੰਨੇ ਵੱਡੇ ਇਤਿਹਾਸਕ ਅਵਸਰ ਭਾਵ 500 ਸਾਲ ਤੋਂ ਬਾਅਦ ਬਣਨ ਵਾਲੇ ਰਾਮ ਮੰਦਰ ਦੀ ਉਸਾਰੀ ਦੀ ਖੁਸ਼ੀ ਵਿੱਚ ਕੋਈ ਸ਼ੋਭਾ ਯਾਤਰਾ ਨਿਕਲ ਰਹੀ ਹੈ। ਮੇਰੇ ਨਾਲ ਇਤਫਾਕਨ ਬੈਠੇ ਸਨ ਸਰਪੰਚ ਜਸਵੀਰ ਸਿੰਘ ਜੀ ਅਤੇ 30 ਸਾਲ ਤੋਂ ਸ਼ਹਿਰ ਵਿੱਚ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੀ ਅਲਖ ਜਗਾਉਣ ਵਾਲੇ ਕੁਲਵੰਤ ਰਾਏ ਸ਼ਰਮਾ ਜੀ। ਅਸੀਂ ਤਿੰਨਾਂ ਨੇ ਸੰਪਰਕ ਬਣਾਇਆ ਸ਼ਹਿਰ ਦੇ ਆਗੂ ਸ਼ਮੀ ਖੇੜਾ ਜੀ ਦੇ ਨਾਲ, ਠਾਕੁਰ ਜੀ ਦੇ ਪ੍ਰੇਮੀ ਡਾਕਟਰ ਅਨਿਲ ਕੌਸ਼ਲ ਜੀ ਦੇ ਨਾਲ, ਸੁਭਾਸ਼ ਸੱਦੀ ਜੀ ਦੇ ਨਾਲ ਤੇ ਕੁਝ ਹੋਰ ਸਾਥੀਆਂ ਨਾਲ। ਜਦੋਂ ਉਹਨਾਂ ਨੇ ਵੀ ਤਸਦੀਕ ਕਰ ਦਿੱਤਾ ਕਿ ਕਿਸੇ ਵੀ ਮੰਦਰ ਜਾਂ ਧਾਰਮਿਕ ਸੰਸਥਾਨ ਵੱਲੋਂ ਸ਼ੋਭਾ ਯਾਤਰਾ ਦਾ ਕੋਈ ਪ੍ਰੋਗਰਾਮ ਨਹੀਂ ਬਣਾਇਆ ਗਿਆ, ਹਰ ਮੰਦਰ ਵਿੱਚ ਆਪੋ ਆਪਣੇ ਪ੍ਰੋਗਰਾਮ ਉਲੀਕੇ ਗਏ ਹਨ। ਨਵਾਂ ਸ਼ਿਵ ਮੰਦਰ ਵਿੱਚ ਭਗਵਾਨ ਕਾਰਤਿਕੇ ਸਮੇਤ ਕੁਝ ਮੂਰਤੀਆਂ ਦੀ ਸਥਾਪਨਾ ਹੋਣੀ ਹੈ ਜੋ ਹੋਈ। ਪ੍ਰਾਚੀਨ ਸ਼ਿਵ ਮੰਦਰ ਵਿੱਚ ਸਵੇਰੇ ਪੂਜਾ ਅਤੇ ਰਾਤ ਨੂੰ ਦੀਵਾਲੀ ਮਨਾਉਣ ਦਾ ਪ੍ਰੋਗਰਾਮ ਹੈ ਜੋ ਹੋਇਆ, ਪਰ ਦਿਨ ਨੂੰ ਸ਼ੋਭਾ ਯਾਤਰਾ ਵਰਗਾ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਵਿੱਚ ਆਉਣ ਦਾ ਸੱਦਾ ਦਿੱਤਾ। ਸ਼੍ਰੀ ਕੁੰਦਨ ਲਾਲ ਰਾਮਲੀਲਾ ਕਲੱਬ ਲੋਹੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਸਾਰਾ ਸ਼ਹਿਰ ਘਰੋਂ ਬਾਹਰ ਸੜਕਾਂ 'ਤੇ ਆ ਗਿਆ। ਹੁਣ ਵੇਖਦੇ ਹਾਂ ਸ਼ੋਭਾ ਯਾਤਰਾ ਦੀਆਂ ਕੁਝ ਝਲਕੀਆਂ। ਸ਼ੋਭਾ ਯਾਤਰਾ ਸਮੇਂ ਸ਼੍ਰੀ ਰਾਮਾਇਣ ਸਾਹਿਬ ਦੀ ਸਵਾਰੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸੀ। ਸੰਤਾਂ ਮਹਾਂਪੁਰਸ਼ਾਂ ਦੀ ਆਮਦ ਨਾਲ ਸ਼ੋਭਾ ਯਾਤਰਾ ਨੂੰ ਅਧਿਆਤਮਕ ਰੰਗਤ ਮਿਲੀ ਹੋਈ ਸੀ। ਰਾਮਲੀਲਾ ਦੇ ਪਾਤਰਾਂ ਦੇ ਸਜੇ ਹੋਏ ਸਵਰੂਪਾਂ ਨਾਲ ਸ਼ੋਭਾ ਯਾਤਰਾ ਨੂੰ 4 ਚੰਨ ਲੱਗੇ ਹੋਏ ਸਨ। ਸ਼ੋਭਾ ਯਾਤਰਾ ਸਮੇਂ ਵਧਾਈ ਦੇਣ ਆਈਆਂ ਰਾਜਨੀਤਿਕ ਹਸਤੀਆਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਸਵਰਗੀ ਸਰਦਾਰ ਰਤਨ ਸਿੰਘ ਕਾਕੜ ਕਲਾਂ ਦੀ ਸੁਪਤਨੀ ਸਰਦਾਰਨੀ ਰਣਜੀਤ ਕੌਰ ਅਤੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਤੇ ਯੁਵਾ ਆਗੂ ਸਰਬਜੀਤ ਸਾਬ ਚਤਰਥ ਸ਼ਾਮਲ ਸਨ। ਭਗਵਾਨ ਵਾਲਮੀਕ ਮੰਦਰ ਲੋਹੀਆਂ ਨਾਲ ਸੰਬੰਧਿਤ ਬੀਬੀਆਂ ਦਾ ਜੱਥਾ ਭੈਣ ਜੀ ਸੀਤਾ ਦੇਵੀ ਦੀ ਅਗਵਾਈ 'ਚ ਕਥਾ ਕੀਰਤਨ ਕਰ ਰਿਹਾ ਸੀ। ਇਸੇ ਤਰ੍ਹਾਂ ਬੀਬੀ ਇੰਦਰਜੀਤ ਕੌਰ ਜੀ ਦੀ ਅਗਵਾਈ ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਜੱਥਾ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਿਹਾ ਸੀ। ਲੋਕਾਂ ਨੇ ਆਪ ਮੁਹਾਰੇ ਆਪਣੀਆਂ ਦੁਕਾਨਾਂ ਮੂਹਰੇ ਦਿਨ ਵੇਲੇ ਕੇਸਰੀਆ ਝੰਡੇ ਲਾਏ ਜਾਂ ਲਹਿਰਾਏ ਹੋਏ ਸਨ ਤੇ ਰਾਤ ਵੇਲੇ ਉਹਨਾਂ ਨੇ ਦੁਕਾਨਾਂ ਬੰਦ ਕਰਨ ਤੋਂ ਬਾਅਦ ਆਪਣੇ ਸ਼ਟਰਾਂ ਦੇ ਮੂਹਰੇ ਦੀਪਮਾਲਾ ਕੀਤੀ ਹੋਈ ਸੀ। ਥਾਂ ਲੱਗੇ ਲੰਗਰਾਂ ਨੂੰ ਛਕਣ ਤੋਂ ਬਾਅਦ ਡੂਨਿਆਂ ਪੱਤਲਾਂ ਨੂੰ ਸੜਕਾਂ ਉੱਪਰ ਸੁੱਟ ਕੇ ਗੰਦਗੀ ਪਾਉਣ ਵਾਲੇ ਤਾਂ ਬਹੁਤ ਸਨ, ਪਰ ਹੱਥ ਵਿੱਚ ਬੋਰਾ ਫੜ ਕੇ ਸਫਾਈ ਦੀ ਸੇਵਾ ਨਿਭਾ ਰਹੇ ਸਨ ਪ੍ਰਿੰਸੀਪਲ ਕਰਮਚੰਦ ਸ਼ਰਮਾ ਅਤੇ ਯੋਗਾਚਾਰੀਆ ਪ੍ਰਿੰਸੀਪਲ ਧਰਮਪਾਲ ਜੀ। ਰਾਤ ਵੇਲੇ ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਵਿੱਚ ਦੀਪਮਾਲਾ ਵੀ ਹੋਈ, ਕਥਾ ਕੀਰਤਨ ਵੀ ਚੱਲਿਆ ਤੇ ਆਤਿਸ਼ਬਾਜ਼ੀ ਵੀ ਹੋਈ।
इस आतिशबाजी का नज़ारा देखणयोग सी। इस मौके ते पुजीਆਂ सियासी शख्सियतां विच सरदारनी रणजीत कौर ਅਤੇ श्रोमणी अकाली दल के हलका इंचार्ज सरदार बचित्तर सिंह कुहाड़ शामिल सन। हलके के विधायक सरदार हरदेव सिंह लाडी शेरोवालिया ते सरदारनी रणजीत कौर सवेर की पूजा समय भी प्राचीन शिव मंदिर च हाज़र होए। गीता भवन मंदिर विखे जदों मैं सीनियर पत्रकार गुरदीप पेंटर जो अपने पोते नूं गोद विच लई बैठे सन नूं जफ्फी पा के उन्हां दा मैं इस्तकबाल कीता तां इस दृश्य नूं पत्रकार गुरपाल सिंह शताबगढ़ ने अपने कैमरे च कैद कर लिया। प्राचीन शिव मंदिर के गद्दी नशीन महंत शिप्रा गिर जी ने अयोध्या तो वीडियो कॉल राਹੀਂ लाइव होकर संगत नूं आशीर्वाद दिता। इसे मंदिर विच यानी प्राचीन शिव मंदिर विच नवां शिव मंदिर के गद्दी नशीन महंत स्वामी पुष्प चैतन्या जदों संबोधन करन लगे तो उन्होंने दिल का दर्द जुबान ते आ गया। उन्होंने उस वेले नूं चेते कीता जदों उन्होंने भरे मन नाल इस मंदिर नूं छड्डना पिया सी। उन्हां दी गल सुन के गालिब दा शेर चेते आ रहा सी, बड़े बेआबरू हो के तेरे कूचे से हम निकले। उन्हें दस्या कि किवें महंत शांति गिर जी उन्होंने हरिद्वार तो बड़े सन्मान नाल लैके आए सन ते किवें उन्होंने ये मंदिर भरे मन नाल छड्डना पिया। पर कुलभूषण सद्दी जी ने पहलां तां कुछ दिन उन्होंने अपने घर विच आसरा दिता ते बाद विच पक्के तौर ते सदियां दी धर्मशाला दे दिती जो हुण नवां शिव मंदिर के नां नाल प्रसिद्ध है। उन्हां जोर दे के कहा कि उन्हां नाल इस मंदिर वालों सुतेला व्यवहार किया जाता रहा है, पर हुण महंत शिप्रा गिर जी के आउण तो बाद दोहां मंदिरां विच सद्भाव वधिया है। भगवान राम इदां ही बनाई रखन। रात समय नवां शिव मंदिर लोहियां विखे डॉक्टर विशाल शर्मा की टीम वालों स्वामी पुष्प चैतन्या जी की अगवाई च आतिशबाजी की गई। हुण बात नूं खत्म करन तो पहलां देखदे हां शोभा यात्रा दीयां सब तो वध आकर्षण वालियां झलकां जिसने इस वार लोहियां च रामलीला ना हो सकन दा गम कुछ हद तक घट किया। वो सी श्री रामलीला के रूप में मनीष मंगा वालों, लक्ष्मण के रूप में डॉक्टर निर्मल नौदी, हनुमान के रूप में टिंकू शर्मा ते अंगद के रूप में मिस्टर दारे वालों बोले गए संवाद। बिना वर्दी तो रविशंकर सर और रामलीला के डायरैक्टर श्री प्रेम सद्दी ने भी डायलॉग बोले। लो सुनो। ऐसा है मैं नहीं सह सकता हूँ। गुरुवर के चरणों का बल है आज श्री राम करता हूँ। अभिमान कर कहता हूँ आदेश राम करता हूँ मैं। तुझ धनुष की क्या बसत पारा पे मार उठाऊं मैं। अरे चल तो चल, चल तो चल कर तू सिंधु में दबा दूं तारों को, सुरमे की तरह पीस डालूं दियो पहाड़ों को। फिर धनुष पुराना नीरसा है किस गिनती में है, ऐसा को तकले भागू इतना तो बल उंगली में है। बोल सियापति रामचंद्र महाराज की। सूर्य ध्यान रखना इतना संकट अब रघुवंश पर है, लंका के नीच राहु द्वार गणेश अंश पर है। इसलिए छुपे रहना तक जब तक ना जड़ी पुचा दूं मैं, उस समय प्रगट हो जाना जब भगवान दिशा मिटा दूं मैं। अन्यथा क्षमा करना दिनकर अंजनी पुत्र से पाला हूँ, बचपन से तुम देख रहे हनुमत कितना मत वाला है। मुख में तुमको घर रखने का फिर आज क्रूर साधन होगा, बंदी मोचन तब होगा जब लक्ष्मण का दुख मोचन होगा। गीत गीत के राजा करो, हम किसे कहीं बलशाली है। हमको तो ये विश्वास हुआ कि पृथ्वी वीरों से खाली है। यदि प्रथम विचार किया होता तो सन्मुख घड़ी नहीं आती, ना ऐसा कठिन प्रण करता, ना ऐसी हसीन हुई होती। अफसोस अब तो वचन निभाना ही पड़ेगा और सीता को सारी उम्र घर में ही बिठाना पड़ेगा।
उनकी पूजा, उनकी सेवा वो साधन साध्य आराध्य में ना शौर्य प्रदर्शन कारण है और ना है कुछ भी चाह मेरी, बस गुरु आज्ञा पूर्ण हो इतनी सी है राह मेरी। तुमसे ही शिव ने त्रिपुरासुर में उन महादैत्यों को मारा था, त्रिभुवन में 14 लोगों में निज कीर्ति ध्वज विस्तारा था। संताप बहुत मिथ्यापति को, एक चाप आपके कारण है। इस धनुष महोत्सव में ऐसा संताप आपके कारण है। अब अवसर शंभु कृपा का है, तुम शिव शंकर के प्यारे हो, अपनी करुणा का त्याग करो तो पूर्ण कार्य हमारे हो। हे विश्वनाथ अवघड़दानी, ये राम शरण में आया है, धनुष खंडन का आदेश करो, इस कारण शीश झुकाया है। बोल सियापति रामचंद्र महाराज की। हे सूर्य ध्यान रखना इतना, संकट अब रघुवंश पर है, लंका के नीच राहु द्वार गणेश अंश पर है। इसलिए छुपे रहना तब तक जब तक ना जड़ी पुचा दूं मैं, उस समय प्रगट हो जाना जब भगवान दिशा मिटा दूं मैं। अन्यथा क्षमा करना दिनकर, अंजनी पुत्र से पाला हूँ, बचपन से तुम देख रहे हनुमत कितना मत वाला है। मुख में तुमको घर रखने का फिर आज क्रूर साधन होगा, बंदी मोचन तब होगा जब लक्ष्मण का दुख मोचन होगा। ਤੁਸੀਂ ਵੇਖ ਰਹੇ ਸੀ ਸ਼੍ਰੀ ਕੁੰਦਨ ਲਾਲ ਰਾਮਲੀਲਾ ਕਲੱਬ ਲੋਹੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਝਲਕੀਆਂ। ਮੈਂ ਹਾਂ ਸ਼ੁਭੇਂਦੂ ਸ਼ਰਮਾ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ। ਸ਼ੁਕਰੀਆ।